ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾਉ। ਉਹਦੀ ਜ਼ਿੰਦਗੀ ਵਿੱਚ ਉਹਦੇ ਸਮਾਜਿਕ ਕੰਮਾਂ ਦੇ ਵਿੱਚ ਪਰਮਾਰਥ ਦੇ ਕਾਰਜਾਂ ਵਿੱਚ ਕਰੋੜਾਂ ਵਿਘਨ ਪੈਂਦੇ ਆ। ਕਿਉਂ ਪੈਂਦੇ? ਵਿਘਨ ਪੈਣ ਦਾ ਕਾਰਨ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ, ਜਿਸ ਨੂੰ ਵਿਸਰੈ ਨਾਉ। ਜਿਸ ਪ੍ਰਾਣਾਧਾਰੀ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਿਸਰ ਗਿਆ, ਭੁੱਲ ਗਿਆ, ਉਹਨਾਂ ਦੀ ਹਾਲਤ ਕੀ ਹੁੰਦੀ ਆ? ਨਾਨਕ ਆਨ ਦਿਨ ਵਿਲਪਤੇ ਜਿਉ ਸੁਈਏ ਕਰ ਕਾਉ। ਉਹਦਾ ਦੁਨੀਆ ਵਿੱਚ ਰਹਿਣਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਾਂ ਨੂੰ ਭੁੱਖ ਅਤੇ ਪਿਆਸ ਲੱਗੀ ਹੋਵੇ, ਪਰ ਉਹ ਜਾਵੇ ਉਸ ਘਰੇ ਜਿਸ ਘਰ ਦੇ ਵਿੱਚ ਕੋਈ ਰਹਿੰਦਾ ਨਹੀਂ। ਉਹ ਜਿੰਨਾ ਮਰਜ਼ੀ ਵਰਲਾਪ ਕਰੀ ਜਾਵੇ, ਉਹਨੂੰ ਉੱਥੋਂ ਖਾਣ ਵਾਸਤੇ ਅਤੇ ਪੀਣ ਵਾਸਤੇ ਗੁਰਮੁਖੋ ਕੁਝ ਨਹੀਂ ਮਿਲਦਾ। ਦਿਨ ਰਾਤ ਉਹ ਵਰਲਾਪ ਕਰਦੇ ਆ, ਯਤਨ ਕਰਦੇ ਆ, ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਸਿਵਾਏ ਖੱਜਲ ਖੁਆਰੀ ਤੋਂ। ਉਹਨਾਂ ਦੇ ਪੱਲੇ ਬੁੱਧੀ ਰੂਪੀ ਪੱਲਾ, ਮਨ ਰੂਪੀ ਪੱਲੇ ਦੇ ਵਿੱਚ ਗੁਰਮੁਖੋ ਕੁਝ ਨਹੀਂ ਪੈਂਦਾ ਸਿਵਾਏ ਖੱਜਲ ਖੁਆਰੀ ਤੋਂ। ਅਤੇ ਜਿਨ੍ਹਾਂ ਨੇ ਨਾਮ ਮੰਨਿਆ, ਉਹਨਾਂ ਦੇ ਪਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਅਚਿੰਤ ਕੰਮ ਕਰੇ ਪ੍ਰਭ ਤਿਨਕੇ। ਸੁਤੇ ਸਿੱਧ ਹੀ ਉਹਨਾਂ ਦੇ ਸਮਾਜ ਦੇ ਪਰਿਵਾਰ ਦੇ ਕਾਰਜ ਹੁੰਦੇ ਰਹਿੰਦੇ ਆ। ਜਿਨ ਹਰਿ ਕਾ ਨਾਮ ਪਿਆਰਾ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਪਿਆਰ ਕੀਤਾ, ਮੰਨਿਆ, ਧਾਰਨ ਕੀਤਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਰੁਕਾਵਟ ਨਹੀਂ ਆਉਂਦੀ। ਰੁਕਾਵਟਾਂ ਕੀ ਆ? ਰਾਗ ਅਤੇ ਦਵੈਖ, ਮੋਹ ਅਤੇ ਈਰਖਾ, ਇਹ ਗੁਰਮੁਖੋ ਜ਼ਿੰਦਗੀ ਦੇ ਰਸਤੇ ਵਿੱਚ ਬੜੀਆਂ ਵੱਡੀਆਂ ਭਾਰੀਆਂ ਰੁਕਾਵਟਾਂ ਹੈ। ਕਿਸੇ ਦੇ ਨਾਲ ਉਹ ਬਿਨਾਂ ਕਾਰਨ ਤੋਂ ਮੋਹ ਨਹੀਂ ਕਰਦੇ ਅਤੇ ਕਿਸੇ ਦੇ ਨਾਲ ਉਹ ਬਿਨਾਂ ਕਾਰਨ ਤੋਂ ਕਦੇ ਵਾਸਤੇ ਈਰਖਾ ਵੀ ਨਹੀਂ ਕਰਦੇ। ਆਮ ਤੌਰ 'ਤੇ ਦੁਨੀਆ ਦਾ ਇੱਕ ਰਵੱਈਆ ਹੈ, ਹੋਵੇ ਬੰਦਾ ਗੁਣਵਾਨ, ਈਰਖਾ ਦੇ ਵਸੀਕਾਰ ਹੋ ਕਰਕੇ ਤੇ ਉਹਦੇ ਔਗਣ ਦੱਸਣੇ। ਗੁਰਮੁਖੋ ਉਹਦਾ ਕਿਸੇ ਵੀ ਤਰੀਕੇ ਨਾਲ ਭਲਾ ਨਹੀਂ ਹੁੰਦਾ। ਹੋਵੇ ਗੁਣੀ, ਉਹਨੂੰ ਔਗਣਿਆਰਾ ਦੱਸਣਾ। ਹੋਵੇ ਸਾਧੂ, ਉਹਨੂੰ ਪਖੰਡੀ ਕਹਿਣਾ। ਨਾਮ ਜਪਣ ਵਾਲਾ ਹੋਵੇ ਤੇ ਉਹਦਾ ਵਿਰੋਧ ਕਰਨਾ। ਜਿਹੜੇ ਇਸ ਬਿਰਤੀ ਵਾਲੇ ਲੋਕ ਆ, ਉਹਨਾਂ ਦੇ ਪ੍ਰਥਾਏ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਜਿਸ ਦੇ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵਈ ਭਲਾ। ਤਾਤ ਕਹਿੰਦੇ ਆ ਬੰਦੇ ਵਿੱਚ ਹੋਣੇ ਗੁਣ ਅਤੇ ਦੁਨੀਆ ਦੇ ਵਿੱਚ ਦੱਸਣਾ ਕਿ ਇਹ ਔਗਣਾਂ ਦਾ ਭਰਿਆ, ਇਹਨੂੰ ਕਹਿੰਦੇ ਤਾਤ ਪਰਾਈ। ਤਿਸ ਦਾ ਕਦੇ ਨਾ ਹੋਵਈ ਭਲਾ। ਗੁਰਮੁਖੋ ਉਹਦਾ ਕਦੇ ਵੀ ਭਲਾ ਨਹੀਂ ਹੁੰਦਾ। ਅਤੇ ਫਿਰ ਆਪਸ ਦੇ ਵਿੱਚ ਬੰਦਾ ਸਿਆਣਾ ਅਤੇ ਚਤਰ ਚਲਾਕ ਬਣਦਾ। ਹਰ ਇੱਕ ਜੀਵ ਦੀ ਇੱਛਾ ਹੁੰਦੀ ਆ ਕਿ ਆਪਣੇ ਔਗਣਾਂ ਨੂੰ ਛੁਪਾਉਂਦਾ ਅਤੇ ਗੁਣਾਂ ਨੂੰ ਦੁਨੀਆ ਵਿੱਚ ਪ੍ਰਗਟ ਕਰਦਾ। ਮੇਰੇ ਵਿੱਚ ਬਹੁਤ ਗੁਣ ਹੈ, ਮੈਂ ਬਹੁਤ ਵੱਡਾ ਪਰਉਪਕਾਰੀ ਹਾਂ। ਇਹ ਗੁਰਮੁਖੋ ਸਰੀਰ ਕਿਹਨੇ ਦਿੱਤਾ?
ਗੁਣ ਕਿਹਨੇ ਦਿੱਤੇ ਆ, ਰਿਜ਼ਕ ਸਮਾਂ ਤੇ ਸਵਾਸ ਕਿਹਨੇ ਦਿੱਤਾ, ਇਹ ਪਰਮੇਸ਼ਰ ਦੀ ਦਾਤ ਆ। ਦਾਤ ਨਾਲ ਮੋਹ ਪਿਆਰ ਪੈ ਗਿਆ, ਪਰ ਜਿਹੜਾ ਦਾਤਾਂ ਦੇਣ ਵਾਲਾ ਦਾਤਾ ਉਹਨੂੰ ਭੁਲਾ ਦਿੱਤਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਦਾਤਾਂ ਦੇਣ ਵਾਲਾ ਦਾਤਾ ਭੁਲਾ ਦਿੱਤਾ ਤੇ ਉਹਦੀ ਦਿੱਤੀ ਹੋਈ ਦਾਤ ਦਾ ਆਪ ਮਾਲਕ ਬਣ ਗਿਆ। ਦਿੱਤੀ ਹੋਈ ਦਾਤ ਦੇ ਵਿੱਚੋਂ ਦਾਨ ਦੇ ਕਰਕੇ ਤੇ ਵੱਡਾ ਦਾਤਾ ਬਣ ਗਿਆ। ਉਸ ਦਾਤੇ ਦੇ ਪਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਦੇਦਾ ਦੇ ਲੈਦੇ ਛਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ। ਜੁਗਾਂ ਜਗੰਤਰਾਂ ਦੇ ਵਿੱਚ ਜੀਵ ਨੂੰ ਇਹ ਦਾਤਾਂ ਦਿੰਦਾ, ਪਰ ਦਾਤਾਂ ਲੈਂਦਾ ਲੈਂਦਾ ਜੀਵ ਥੱਕ ਜਾਂਦਾ, ਪਰ ਉਸ ਦਾਤੇ ਦੀਆਂ ਦਾਤਾਂ ਦੇ ਅਤੁੱਟ ਭੰਡਾਰੇ ਆ, ਕਦੇ ਵਾਸਤੇ ਖਾਲੀ ਨਹੀਂ ਹੁੰਦੇ। ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਪਰਮੇਸ਼ਰ ਦਾ ਨਾਮ ਮੰਨ ਲੈਂਦਾ, ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਉਹਦੇ ਇਸ ਲੋਕ ਦੇ ਵਿੱਚ ਕਰੋੜਾਂ ਯਤਨ ਕਰਨਗੇ ਦੁਨੀਆ ਦੇ ਈਰ ਖਾਲੂ ਵਿਘਨ ਪਾਉਣ ਦੇ, ਪਰ ਵਿਘਨ ਨਹੀਂ ਪੈਣਗੇ। ਕਾਮ ਕ੍ਰੋਧ ਮੋਹ ਲੋਭ ਅਹੰਕਾਰ ਗੁਰਮੁਖੋ ਇਹ ਰੁਕਾਵਟਾਂ ਪਾਉਂਦੇ ਆ। ਆਮ ਤੌਰ 'ਤੇ ਜਦੋਂ ਮੰਦ ਬਿਰਤੀ ਹੋਣੀ, ਮੰਦ ਕਰਮ ਕਰਨਾ, ਉਹਨੂੰ ਆਪਾਂ ਕਾਮ ਵਾਸ਼ਨਾ ਕਹਿ ਦਿੰਦੇ ਹਾਂ। ਪਰ ਵਿਦਵਾਨ ਲੋਕਾਂ ਦਾ ਕਥਨ ਹੈ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਇ। ਦੁਨੀਆ ਦੇ ਲੋਕ ਕਾਮ ਕਾਮ ਕਹੀ ਜਾਂਦੇ, ਪਰ ਕਾਮ ਦੇ ਬਾਰੇ ਕੋਈ ਜਾਣਦਾ ਨਹੀਂ ਵੀ ਕਾਮ ਕਿਸ ਤਰ੍ਹਾਂ ਦਾ ਹੁੰਦਾ ਹੈ। ਜਿਤਨੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਜਿੰਨੀਆਂ ਮਨ ਦੀਆਂ ਇੱਛਾ ਨੇ ਗੁਰਮੁਖੋ ਇਹ ਸਾਰਾ ਕਾਮ ਹੀ ਆ। ਆਪਾਂ ਆਮ ਤੌਰ 'ਤੇ ਵਕਾਰ ਬਿਰਤੀ ਵਕਾਰ ਭੋਗਣੇ ਪਰਗਾਮੀ ਹੋਣਾ, ਇਹਨੂੰ ਕਹਿ ਦਿੰਦੇ ਕਿ ਬੰਦਾ ਵਕਾਰੀ ਆ। ਪਰ ਵਿਦਵਾਨ ਲੋਕਾਂ ਦਾ ਕਥਨ ਹੈ, ਜਿੰਨੀਆਂ ਮਨ ਦੀਆਂ ਕਾਮਨਾਵਾਂ ਨੇ ਇਹ ਸਾਰਾ ਕਾਮ ਹੀ ਆ। ਗੁਰਮੁਖੋ ਕਾਮਨਾਵਾਂ ਇੱਛਾ ਇਹ ਭਗਤੀ ਦੇ ਪਰਮਾਰਥ ਦੇ ਰਸਤੇ ਦੀ ਇੱਕ ਬਹੁਤ ਵੱਡੀ ਰੁਕਾਵਟ ਆ। ਕ੍ਰੋਧੀ ਹੋਣਾ ਇਹ ਵੀ ਇੱਕ ਬਹੁਤ ਵੱਡੀ ਪਰਮਾਰਥ ਦੇ ਜ਼ਿੰਦਗੀ ਦੇ ਰਸਤੇ ਦੀ ਇੱਕ ਰੁਕਾਵਟ ਆ। ਲੋਭੀ ਬਣ ਜਾਣਾ ਇਹ ਵੀ ਇੱਕ ਜ਼ਿੰਦਗੀ ਦੇ ਰਿਸ਼ਤੇ ਦੀ ਪਰਮਾਰਥ ਦੇ ਰਸਤੇ ਦੀ ਬਹੁਤ ਵੱਡੀ ਰੁਕਾਵਟ ਆ। ਹੰਕਾਰੀ ਬਣ ਜਾਣਾ, ਹੰਕਾਰ ਆਪਣੇ ਆਪ ਨੂੰ ਵੱਡਾ, ਆਪਣੇ ਆਪ ਨੂੰ ਚੰਗਾ ਤੇ ਦੁਨੀਆ ਦੇ ਲੋਕਾਂ ਨੂੰ ਮਾੜਾ ਸਮਝਣਾ। ਇਹੋ ਜਿਹੇ ਲੋਕਾਂ ਦੇ ਪਰਥਾਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਚਨ ਹਨ। ਆਪਸ ਕਉ ਜੋ ਭਲਾ ਕਹਾਵੈ, ਤਿਸ ਹੈ ਭਲਾਈ ਨਿਕਟ ਨ ਆਵੈ। ਜਿਹੜਾ ਬੰਦਾ ਆਪਣੇ ਆਪ ਨੂੰ ਸਿੱਧ ਕਰਨ ਦਾ ਯਤਨ ਕਰਦਾ ਕਿ ਮੈਂ ਚੰਗਾ ਭਲਾ, ਮੇਰੇ ਵਰਗਾ ਦੁਨੀਆ ਦੇ ਵਿੱਚ ਪਰਉਪਕਾਰੀ ਕੋਈ ਨਹੀਂ। ਗੁਰਮੁਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਆ ਵੀ ਉਹਦੇ ਨੇੜੇ ਤੇੜੇ ਕਦੇ ਵਾਸਤੇ ਭਲਾਈ ਨਹੀਂ ਆਉਂਦੀ। ਤੇ ਫਿਰ ਦੁਨੀਆ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਗੁਰੂ ਦੇ ਦਰ 'ਤੇ ਫਿਰ ਚੰਗਾ ਕੌਣ ਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਆਪਸ ਕਉ ਜੋ ਜਾਣੈ ਨੀਚਾ, ਸੋ ਗਨਿਐ ਸਭ ਤੇ ਉੱਚਾ। ਆਪਣੇ ਆਪ ਨੂੰ ਨਿਮਾਣਾ ਸਮਝਦਾ, ਨਿਤਾਣਾ ਸਮਝਦਾ,
ਪਰਮੇਸ਼ਰ ਦੀ ਦਰਗਾਹ ਵਿੱਚ ਗੁਰਮੁਖੋ ਗੁਰੂ ਦੇ ਦਰ ਦੇ ਉੱਪਰ ਅਸਲ ਦੇ ਵਿੱਚ ਮਨੁੱਖ ਸਾਰਿਆਂ ਦੇ ਨਾਲੋਂ ਉੱਚਾ, ਸਾਰਿਆਂ ਦੇ ਨਾਲੋਂ ਸੁੱਚਾ। ਅਰਦਾਸ ਦੇ ਵਿੱਚ ਆਪਾਂ ਗੁਰਮਤਿ ਦੇ ਬਚਨ ਰੋਜ਼ ਪੜ੍ਹਦੇ ਅਤੇ ਸੁਣਦੇ ਹਾਂ। ਗੁਰਸਿੱਖਾਂ ਦਾ ਮਨ ਨੀਵਾਂ, ਮਨ ਨੂੰ ਹਮੇਸ਼ਾ ਵਾਸਤੇ ਨੀਵਾਂ ਕਰਕੇ ਰੱਖਣਾ, ਮਤ ਉੱਚੀ, ਅਤੇ ਆਪਣੀ ਜਿਹੜੀ ਮੱਤ ਆ ਉਹਨੂੰ ਉੱਚੀ ਕਰਕੇ ਰੱਖਣਾ ਅਤੇ ਮਨ ਨੂੰ ਨੀਵਾਂ ਕਰਕੇ ਰੱਖਣਾ, ਮੱਤ ਨੂੰ ਉੱਚਾ ਕਰਕੇ ਰੱਖਣਾ। ਅਤੇ ਸੱਚੇ ਪਾਤਸ਼ਾਹ ਜਿਹੜੇ ਆਪਣੇ ਆਪ ਨੂੰ ਨਿਮਾਣੇ ਅਤੇ ਨਿਤਾਣੇ ਸਮਝਦੇ ਆ, ਉਹ ਗੁਰੂ ਦੇ ਦਰ 'ਤੇ ਪ੍ਰਮਾਣਿਕ ਹੋ ਜਾਂਦੇ ਆ। ਜਿਹੜੇ ਨਿਤਾਣੇ ਸਮਝਦੇ ਆ ਗੁਰਮੁਖੋ, ਉਹ ਬਣਦੇ ਸਹਿਤ ਹੋ ਜਾਂਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸਮੁੱਚੀ ਲਕਾਈ ਨੂੰ ਸੰਬੋਧਨ ਕਰਕੇ ਬਚਨ ਕਰਦੇ, ਸੁਖੀ ਬੱਸੈ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਜਿਹੜੇ ਹੰਕਾਰੀਆ, ਹੰਕਾਰ ਦੇ ਨਸ਼ੇ ਵਿੱਚ ਗੁਰਮੁਖੋ ਚੂਰ ਰਹਿੰਦੇ ਆ, ਉਹ ਮਾਤਾ ਦੇ ਗਰਭ ਵਿੱਚ ਸਦਾ ਵਾਸਤੇ ਉਹ ਗਲਦੇ ਅਤੇ ਸੜਦੇ ਰਹਿੰਦੇ ਆ। ਜਨਮ ਵੀ ਨਹੀਂ ਲੈਂਦੇ, ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਹੋ ਗਿਆ, ਗਰਭ ਦੇ ਅੰਦਰ ਹੀ ਗਲ ਗਿਆ। ਜਨਮ ਲੈਣ ਦਾ, ਬਾਹਰ ਆਉਣ ਦਾ ਵੀ ਸਮਾਂ ਨਹੀਂ ਮਿਲਿਆ। ਗੁਰਮੁਖੋ ਹੰਕਾਰ ਕਦੇ ਵਾਸਤੇ ਨਹੀਂ ਕਰਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਲਕਾਈ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਂਦੇ ਆ, ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੋਕ ਸੁਣਾਵੈ। ਚਾਰ ਜਿਹੜੇ ਹਿੰਦੂ ਮਤ ਦੇ ਵੇਦ ਆ, ਉਹ ਪਕਾਰ ਪਕਾਰ ਕੇ ਜੀਵ ਨੂੰ ਸਮਝਾਉਂਦੇ ਆ ਕਿ ਮਤਾ ਕਿਤੇ ਹੰਕਾਰ ਕਰੀ, ਹੰਕਾਰ ਕਰੇਗਾ ਤੇ ਮਾਰਿਆ ਜਾਵੇਗਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਮੰਨ ਲੈਂਦਾ, ਉਹਦੇ ਲੋਕ ਅਤੇ ਪਰਲੋਕ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਇੱਜ਼ਤ ਦੇ ਨਾਲ ਆਪਣੇ ਜਨਮ ਨੂੰ ਸਵਾਰ ਕਰਕੇ ਅਤੇ ਪਰਲੋਕ ਵਿੱਚ ਸੁਰਖਰੂ ਹੋ ਕਰਕੇ ਜਾਂਦਾ। ਕਿਉਂ ਗਿਆ? ਉਹਨੇ ਪਰਮੇਸ਼ਰ ਦਾ ਨਾਮ ਆਪਣੇ ਕੰਨਾਂ ਨਾਲ ਸੁਣਿਆ, ਸੁਣ ਕਰਕੇ ਆਪਣੇ ਮਨ ਦੇ ਵਿੱਚ ਮੰਨਿਆ, ਵਸਾਉਣ ਦਾ ਯਤਨ ਕੀਤਾ। ਉਹਦੀ ਜ਼ਿੰਦਗੀ ਦੇ, ਸਮਾਜ ਦੇ, ਲੋਕ ਦੇ ਧਰਤੀ 'ਤੇ ਰਹਿੰਦਿਆਂ ਹੋਇਆਂ ਕਿਸੇ ਵੀ ਤਰ੍ਹਾਂ ਦੀ ਰਸਤੇ ਵਿੱਚ ਕੋਈ ਰੁਕਾਵਟ, ਮੁਸ਼ਕਿਲ, ਮੁਸੀਬਤ ਜਾਂ ਪਰਲੋਕ ਦੇ ਰਸਤੇ ਵਿੱਚ ਕੋਈ ਵੀ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਪੈਂਦੀ ਹੈ। ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜਾ ਪਰਮੇਸ਼ਰ ਦਾ ਨਾਮ ਮੰਨ ਲੈਂਦਾ, ਪਤ ਸਿਉ ਇੱਜ਼ਤ ਦੇ ਨਾਲ, ਪਤ ਸਿਉ ਪ੍ਰਗਟ ਜਾਏ, ਦੁਨੀਆ ਦੇ ਵਿੱਚ ਉਹ ਪ੍ਰਗਟ ਹੋ ਜਾਂਦਾ ਹਰ ਇੱਕ ਜਗ੍ਹਾ 'ਤੇ। ਇਹ ਨਹੀਂ ਵੀ ਇੱਕ ਇਲਾਕੇ ਵਿੱਚ ਉਹ ਪ੍ਰਗਟ ਹੋ ਗਿਆ, ਦੁਨੀਆ ਦੇ ਵਿੱਚ ਸਾਰੀ ਜਗ੍ਹਾ 'ਤੇ ਪ੍ਰਗਟ ਹੋ ਜਾਂਦਾ। ਲੋਕ ਬਹੁਤ ਔਖੀ ਪੜ੍ਹਾਈ ਕਰਦੇ ਆ ਅਤੇ ਪੜ੍ਹਾਈ ਕਰਕੇ ਉਹ ਜਿਹੋ ਜਿਹੀ ਪੜ੍ਹਾਈ ਕਰਦੇ ਆ, ਉਹੋ ਜਿਹੀ ਦਾਤ ਉਹਨਾਂ ਨੂੰ ਮਿਲ ਜਾਂਦੀ ਆ। ਸਾਇੰਸਦਾਨ ਬਣਨਾ ਗੁਰਮੁਖੋ ਬਹੁਤ ਕਠਿਨ ਆ, ਪਰ ਮਿਹਨਤ ਕਰਕੇ ਦੁਨੀਆ ਦੇ ਲੋਕ ਸਾਇੰਸਦਾਨ ਬਣ ਜਾਂਦੇ ਆ। ਦੁਨੀਆ ਦੀ ਇੱਕ ਬਹੁਤ ਵੱਡੀ ਉੱਚੀ ਚੋਟੀ ਆ ਜਿਹਨੂੰ ਮਾਊਂਟ ਐਵਰੈਸਟ ਕਹਿੰਦੇ ਆ। ਉਹਦੇ 'ਤੇ ਚੜ੍ਹਨਾ ਬਹੁਤ ਜ਼ਿਆਦਾ ਔਖਾ ਹੈ, ਪਰ ਦੁਨੀਆ ਦੇ ਲੋਕ ਯਤਨ ਕਰਕੇ ਉਸ ਪਹਾੜੀ ਨੂੰ ਸਰ ਕਰਕੇ ਤੇ ਉੱਪਰ ਚੜ੍ਹ ਜਾਂਦੇ ਆ, ਆਪਣਾ ਨਾਮ ਬਣਾ ਲੈਂਦੇ ਆ।
ਪਰ ਗੁਰਮਖੋ ਪਹਾੜੀ ਦੇ ਉੱਪਰ ਜਾਣਾ ਬਹੁਤ ਔਖਾ, ਪਰ ਜਾਣ ਦਾ ਕੋਈ ਫਾਇਦਾ ਨਹੀਂ। ਦੁਨੀਆ ਦੇ ਵਿੱਚ ਆਪਣਾ ਨਾਮ ਹੀ ਬਣਾਉਂਦਾ ਹੈ। ਪਰ ਜੇ ਕੋਈ ਬੰਦਾ ਸੋਚੇ ਕਿ ਮੈਂ ਪਹਾੜੀ ਦੀ ਚੋਟੀ ਦੇ ਉੱਪਰ ਚਲੇ ਗਿਆ, ਇਹਦੇ ਨਾਲ ਮੈਨੂੰ ਪਰਮਾਰਥ ਵਿੱਚ ਕੋਈ ਸਹੂਲਤ ਮਿਲੇਗੀ? ਬਿਲਕੁਲ ਨਹੀਂ। ਦੁਨੀਆ ਦੇ ਔਖੇ ਤੋਂ ਔਖੇ ਕਾਰਜ ਦੁਨਿਆਵੀ ਲੋਕ ਕਰ ਲੈਂਦੇ ਆ, ਪਰ ਉਹ ਗੁਰਮੁਖੋ ਕਾਰਜ ਜਿਹੜੇ ਕਠਿਨ ਹੁੰਦੇ ਆ ਉਹ ਦੁਨੀਆ 'ਤੇ ਰਹਿ ਜਾਂਦੇ ਆ, ਪਰਮਾਰਥ ਵਿੱਚ ਉਹਨਾਂ ਦਾ ਕੋਈ ਫਾਇਦਾ ਨਹੀਂ। ਪਰਮਾਰਥ ਦੇ ਵਿੱਚ ਉਹਨਾਂ ਲੋਕਾਂ ਨੂੰ ਕੋਈ ਇੱਜ਼ਤ ਤੇ ਮਾਣ ਸਤਿਕਾਰ ਨਹੀਂ ਮਿਲਦਾ। ਫਿਰ ਦੁਨੀਆ ਦੇ ਵਿੱਚ ਹਰ ਇੱਕ ਬੰਦਾ, ਹਰ ਇੱਕ ਇਨਸਾਨ ਵੱਡਾ ਬਣਨ ਦਾ ਯਤਨ ਕਰਦਾ ਕਿ ਦੁਨੀਆ ਦੇ ਲੋਕ ਮੈਨੂੰ ਵੱਡਾ ਕਹਿਣ। ਪੈਸਾ ਇਕੱਠਾ ਕਰਦਾ, ਪੈਸੇ ਦੀ ਵਡਿਆਈ ਦੇ ਨਾਲ ਦੁਨੀਆ ਦੇ ਲੋਕ ਉਹਨੂੰ ਵੱਡਾ ਕਹਿ ਦਿੰਦੇ ਕਿ ਬਹੁਤ ਵੱਡਾ ਅਮੀਰ ਆਦਮੀ ਆ। ਅਤੇ ਜਿਹੜਾ ਦੁਨੀਆ ਦੇ ਵਿੱਚ ਵੱਡਾ ਬਣਨ ਦਾ ਯਤਨ ਕਰਦਾ, ਆਸਾ ਜੀ ਦੀ ਵਾਰ ਅੰਦਰ ਉਹਨਾਂ ਲੋਕਾਂ ਦੇ ਪ੍ਰਥਾਏ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ, ਵੱਡਾ ਹੋਆ ਦੁਨੀਦਾਰ ਬਨ ਸੰਗਲ ਕੱਤ ਚਲਾਇਆ। ਦੁਨੀਆ ਦੇ ਵਿੱਚ ਤੇ ਮਨੁੱਖਾਂ ਤੋਂ ਵੱਡਾ ਬਣ ਗਿਆ, ਪਰ ਪਰਮੇਸ਼ਰ ਦੀ ਦਰਗਾਹ ਵਿੱਚ ਤੂੰ ਵੱਡਾ ਨਹੀਂ। ਜਦੋਂ ਲੋਕ ਨੂੰ ਛੱਡ ਕਰਕੇ ਪਰਲੋਕ ਨੂੰ ਜਾਵੇਂਗਾ, ਬਨ ਸੰਗਲ ਘੱਤ ਚਲਾਇਆ, ਤੈਨੂੰ ਹੱਥ ਕੜੀ ਲੱਗੇਗੀ। ਸੰਗਲਾਂ ਦੇ ਨਾਲ, ਜੰਜੀਰਾਂ ਦੇ ਨਾਲ ਬੰਨ੍ਹ ਕਰਕੇ ਤੈਨੂੰ ਧਰਮ ਰਾਜੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਕਿਉਂ? ਤੂੰ ਵੱਡੇ ਦੀਆਂ ਵਡਿਆਈਆਂ ਨਹੀਂ ਕਹੀਆਂ, ਵੱਡੇ ਦੀਆਂ ਵਡਿਆਈਆਂ ਕਹਿ ਕਰਕੇ ਵੱਡਾ ਬਣਨਾ ਸੀ, ਪਰ ਦੁਨੀਆ ਨੂੰ ਲੁੱਟਿਆ, ਦੁਨੀਆ ਨੂੰ ਕੁੱਟਿਆ, ਦੁਨੀਆ ਨੂੰ ਲੁੱਟ ਕਰਕੇ ਕੁੱਟ ਕਰਕੇ ਤੂੰ ਪੈਸਾ ਕਰਕੇ ਵੱਡਾ ਬਣਿਆ, ਪਰ ਪੈਸੇ ਦੇ ਨਾਲ ਵੱਡਾ ਨਹੀਂ ਬਣਦਾ। ਅੱਗੇ ਕਰਨੀ ਕੀਰਤ ਵਚੀਐ ਬਹਿ ਲੇਖਾ ਕਰ ਸਮਝਾਇਆ। ਅੱਗੇ ਕਰਨੀ ਵੇਖੀ ਜਾਂਦੀ ਆ, ਪਰਮੇਸ਼ਰ ਦੀ ਕੀਰਤੀ ਵੇਖੀ ਜਾਂਦੀ ਆ। ਨਾ ਤਾਂ ਤੇਰੀ ਚੰਗੀ ਕੋਈ ਕਰਨੀ ਆ, ਨਾ ਪਰਮੇਸ਼ਰ ਦੀ ਤੂੰ ਜਸ ਵਡਿਆਈ ਕੀਤੀ ਆ, ਬਹਿ ਲੇਖਾ ਕਰ ਸਮਝਾਇਆ। ਇਹ ਤੇਰੀਆਂ ਕਰਤੂਤਾਂ ਦਾ ਲੇਖਾ ਗੁਰਮੁਖਾ ਯਾਦ ਰੱਖੀ, ਤੈਨੂੰ ਧਰਮ ਰਾਜੇ ਨੇ ਸਮਝਾਉਣ ਦਾ, ਕੋਲੇ ਬਹਿ ਕੇ ਤੈਨੂੰ ਸਮਝਾਉਣਾ। ਤੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੰਗਿਆਈ ਨਹੀਂ ਨਿਕਲੀ, ਸਾਰੀਆਂ ਬੁਰਾਈਆਂ ਹੀ ਬੁਰਾਈਆਂ, ਸਾਰਾ ਜੀਵਨ ਹੀ ਬੁਰਾਈਆਂ ਦੇ ਨਾਲ ਭਰਿਆ। ਫਿਰ ਪੈਸੇ ਦੇ ਨਾਲ, ਦੁਨੀਆ ਦੀ ਸ਼ੋਹਰਤ ਦੇ ਨਾਲ ਬੰਦਾ ਵੱਡਾ ਨਹੀਂ ਬਣਦਾ। ਦੁਨੀਆ ਦੀ ਨਿਗਾਹ ਵਿੱਚ ਇਸ ਧਰਤੀ ਦੇ ਉੱਪਰ ਵੱਡਾ ਬਣ ਸਕਦਾ, ਪਰ ਪਰਮੇਸ਼ਰ ਦੀ ਨਿਗਾਹ ਵਿੱਚ ਗੁਰਮੁਖੋ ਉਹ ਕੀੜੇ ਦਾ ਕੀੜਾ ਹੀ ਰਿਹਾ। ਕਿਉਂਕਿ ਜ਼ਿੰਦਗੀ ਮਿਲੀ, ਸੁਆਸ ਮਿਲੇ, ਪਰ ਇਹਨਾਂ ਸੁਆਸਾਂ ਨੂੰ ਪਰਮੇਸ਼ਰ ਦੀ ਬੰਦਗੀ ਕਰਕੇ ਸਫਲ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਮਾਇਆ ਦੇ ਪਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪਹਿ ਆਨ ਲਟਾਵੈ। ਪਰਪੰਚ ਕਹਿੰਦੇ ਵਾਲ ਛਾਲ, ਠੱਗੀਆਂ, ਫਰੇਬ, ਧੋਖੇ ਕਰਕੇ ਦੁਨੀਆ ਨੂੰ ਮੂਰਖ ਬਣਾ ਕਰਕੇ ਪੈਸਾ ਇਕੱਠਾ ਕੀਤਾ। ਸੁਤ ਦਾਰਾ ਪਹਿ ਆਨ ਲਟਾਵੈ। ਘਰ ਵਾਲੀ ਤੇ ਆਪਣੇ ਬੱਚੇ ਪਰਿਵਾਰ ਦੇ ਅੱਗੇ ਢੇਰੀ ਕਰ ਦਿੱਤਾ, ਉਹਨਾਂ ਦੇ ਕੋਲੇ ਲੁੱਟਿਆ ਹੋਇਆ ਧਨ ਉਹਨਾਂ ਨੂੰ ਲੁਟਾ ਦਿੱਤਾ। ਯਾਦ ਰੱਖ, ਗੁਰਮੁਖਾ ਤੂੰ ਜਦੋਂ ਮੰਜੇ 'ਤੇ ਬੁੱਢਾ ਹੋ ਕਰਕੇ ਲੰਮੇ ਪੈ ਗਿਆ ਨਾ, ਇਹਨਾਂ ਨੇ ਤੇਰਾ ਸਹਾਰਾ ਨਹੀਂ ਪਾਉਣਾ, ਇਹਨਾਂ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਣਾ। ਉਵੇਂ ਤੇ ਭਾਂਡੇ ਵਿੱਚ ਤੈਨੂੰ ਕੀ ਪਾਣੀ ਪਿਆਉਣਾ, ਤੇਰੇ ਬੁੱਕ ਵਿੱਚ ਵੀ ਪਾਣੀ ਨਹੀਂ ਪਾਉਣਾ। ਫਿਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਇਹ ਜਿਹੜਾ ਪਰਮੇਸ਼ਰ ਦਾ ਧਨ ਆ, ਇਸ ਜ਼ਿੰਦਗੀ
ਇਸ ਧਰਤੀ ਤੇ ਵੀ ਜੀਵ ਦਾ ਸਾਥ ਦਿੰਦਾ ਤੇ ਗੁਰਮੁਖੋ ਪਰਮਾਰਥ ਦੇ ਰਸਤੇ ਤੇ ਵੀ ਜੀਵ ਦਾ ਸਾਥ ਦਿੰਦਾ। ਪਰ ਇਹ ਧਨ ਇਕੱਠਾ ਕਰਨ ਦਾ ਯਤਨ ਜੀਵ ਨਹੀਂ ਕਰਦਾ। ਜਿਹੜਾ ਦੁਨਿਆਵੀ ਧਨ ਆ, ਦੁਨੀਆ ਤੇ ਰਹਿ ਜਾਣਾ, ਜਿਹਨੇ ਸਾਥ ਨਹੀਂ ਦੇਣਾ। ਹਰ ਇੱਕ ਯਤਨ ਕਰਦਾ ਕਿ ਮੈਂ ਬਹੁਤ ਵੱਡਾ ਅਮੀਰ ਬਣਾ। ਸੱਚੇ ਪਾਤਸ਼ਾਹ ਉਸ ਸਦੀਵ ਕਾਲ ਧਨ ਨੇ ਜਿਹੜਾ ਸਾਡਾ ਸਾਥ ਦੇਣਾ, ਜਿਹੜਾ ਜੁਗੋ ਜੁਗ ਅਟੱਲਿਆ, ਉਹਦੇ ਪ੍ਰਥਾਈ ਪਾਵਨ ਗੁਰਬਾਣੀ ਅੰਦਰ ਬਚਨ ਕਰਦੇ ਆ, ਇਹੋ ਤਨ ਨਖੁੱਟ ਨਾ ਨਖੁੱਟਾ ਨਾ ਜਾਏ। ਗੁਰਮੁਖੋ ਇਹ ਨਾਸ਼ ਹੋਣ ਵਾਲਾ ਤਮ ਨਹੀਂ। ਜਿਹੜਾ ਦੁਨਿਆਵੀ ਧਨ ਆ, ਇਹਨੂੰ ਚੋਰ ਚੋਰੀ ਵੀ ਕਰ ਸਕਦਾ, ਡਾਕੂ ਲਟੇਰੇ ਲੁੱਟ ਵੀ ਸਕਦੇ ਆ। ਇਸ ਧਨ ਦੇ ਨਾਲ ਠੱਗੀ ਹੋ ਸਕਦੀ ਆ, ਫਰੇਬ ਹੋ ਸਕਦਾ, ਧੋਖਾ ਹੋ ਸਕਦਾ। ਪਰ ਜਿਹੜਾ ਪਰਮੇਸ਼ਰ ਦਾ ਸੱਚਾ ਤੇ ਸੁੱਚਾ ਧਨ ਆ, ਉਹਨੂੰ ਚੋਰ ਚੋਰੀ ਨਹੀਂ ਕਰ ਸਕਦਾ। ਛਲ ਕਰਕੇ, ਧੋਖਾ ਕਰਕੇ, ਫਰੇਬ ਕਰਕੇ ਗੁਰਮੁਖੋ ਕੋ ਖੋ ਨਹੀਂ ਸਕਦਾ। ਪਰ ਇਸ ਧਨ ਦੀ ਜਿਹੜੀ ਤ੍ਰਿਸ਼ਨਾ, ਭਾਵੇਂ ਬੱਚਾ, ਭਾਵੇਂ ਨੌਜਵਾਨ ਆ ਤੇ ਭਾਵੇਂ ਬਜ਼ੁਰਗ ਆ, ਹਰ ਇੱਕ ਦੇ ਮਨ ਅੰਦਰ ਇਹ ਜਿਹੜਾ ਦੁਨਿਆਵੀ ਧਨ ਹੈ, ਇਹਦੀ ਗੁਰਮੁਖੋ ਤ੍ਰਿਸ਼ਨਾ ਹੁੰਦੀ ਆ। ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਸਮਝਾਉਂਦੇ ਆ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਜਿਹੜਾ ਮਨਮੁਖ ਬੰਦਾ, ਭਾਵੇਂ ਗੱਭਰੂ ਆ ਤੇ ਭਾਵੇਂ ਬਜ਼ੁਰਗ ਆ, ਤ੍ਰਿਸ਼ਨਾ ਦੀ ਜਿਹੜੀ ਭੁੱਖ ਆ ਗੁਰਮੁਖੋ ਮਨ ਦੇ ਵਿੱਚੋਂ ਕਦੇ ਨਹੀਂ ਜਾਂਦੀ। ਕਿਉਂਕਿ ਤ੍ਰਿਸ਼ਨਾ ਬੁਝਾਉਣ ਦਾ ਕੋਈ ਯਤਨ ਹੀ ਨਹੀਂ ਕੀਤਾ। ਮੰਨੈ ਪਤ ਸਿਉ ਪ੍ਰਗਟ ਜਾਏ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਤੇ ਪਤ ਨਾਮ ਆ ਪਤੀ ਦਾ। ਤੇ ਪਤੀ ਕੌਣ ਆ? ਪਰਮੇਸ਼ਰ, ਜਿਹੜਾ ਸਾਰੀ ਸ੍ਰਿਸ਼ਟੀ ਦਾ ਉਹ ਮਾਲਕ ਆ। ਜਿਹੜਾ ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਮੰਨ ਲੈਂਦਾ, ਉਹ ਸਾਰੀ ਦੁਨੀਆ 'ਤੇ ਪ੍ਰਗਟ ਹੋ ਜਾਂਦਾ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਣ ਜਾਂਦਾ। ਉਹਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਵੀ ਫਰਕ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਹਨ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਪਰਮੇਸ਼ਰ ਦਾ ਸਰੂਪ ਬਣ ਜਾਂਦਾ। ਪਰਮੇਸ਼ਰ ਦਾ ਨਾਮ ਜਪ ਕਰਕੇ ਉਹ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਮੰਨੈ ਮਗ, ਮਗ ਨਾਮ ਆ ਰਸਤੇ ਦਾ, ਨਾ ਚੱਲੈ ਪੰਥ। ਉਹ ਗੁਰਮੁਖੋ ਦੇਵੀ ਦੇਵਤਿਆਂ ਦੀ ਮਨੌਤ ਦੇ ਰਸਤੇ 'ਤੇ ਕਦੇ ਨਹੀਂ ਚੱਲਦਾ। ਆਮ ਤੌਰ 'ਤੇ ਜਿਹੜੇ ਦੁਨੀਆ ਦੇ ਲੋਕ ਆ, ਉਹ ਪੱਥਰਾਂ ਦੀ ਪੂਜਾ ਕਰਦੇ ਆ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਦੰਬੀਆਂ ਤੇ ਪਖੰਡੀਆਂ ਦੀ ਪੂਜਾ ਕਰਦੇ ਆ। ਜਿਹੜੇ ਦੋ ਫਿਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਸਨ, ਜਿਸ ਤਰ੍ਹਾਂ ਉਹਨਾਂ ਦੀ ਪੂਜਾ, ਜਿਸ ਤਰ੍ਹਾਂ ਉਹਨਾਂ ਦਾ ਜੀਵਨ, ਜਿਸ ਤਰ੍ਹਾਂ ਉਹਨਾਂ ਦੀ ਸੋਚ ਸੀ, ਜਿਸ ਤਰ੍ਹਾਂ ਦੀ ਉਹਨਾਂ ਦੀ ਭਾਵਨਾ ਸੀ, ਉਹਦੇ ਪ੍ਰਥਾਏ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਹਨ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏਲੇ ਜਾਰੇ ਓਏਲੇ ਗਾਡੇ, ਤੇਰੀ ਗਤ ਦੋਹ ਨਾ ਪਾਈ। ਹਿੰਦੂ ਜਿਹੜੇ ਲੋਕ ਸਨ, ਉਹ ਬੁੱਤ ਪ੍ਰਸਤੀ, ਬੁੱਤਾਂ ਦੀ ਪੂਜਾ ਕਰਦੇ ਸਨ। ਮੁਸਲਮਾਨੀ ਫਿਰਕੇ ਦੇ ਲੋਕ ਇੱਕ ਰੱਬ ਪਰਮੇਸ਼ਰ ਅੱਲਾਹ ਤਾਲਾ ਨੂੰ ਮੱਕੇ ਦੇ ਅੰਦਰ ਹੀ ਮੰਨਦੇ ਆ, ਮੱਕੇ ਤੋਂ ਬਾਹਰ ਰੱਬ ਕਿਤੇ ਵੀ ਨਹੀਂ। ਤੇ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਕਿ ਬੁੱਤ ਪੂਜ ਪੂਜ ਹਿੰਦੂ ਮੂਏ,
ਬੁੱਤਾਂ ਦੀ ਪੂਜਾ ਕਰਦੇ, ਬੁੱਤਾਂ ਦੀ ਮਨੌਤ ਕਰਦੇ, ਦੁਨੀਆ ਤੇ ਆਏ ਤੇ ਮਨੌਤ ਕਰਦੇ ਕਰਦੇ ਦੁਨੀਆ ਤੋਂ ਤੁਰ ਗਏ, ਪਰ ਗਏ ਖਾਲੀ। ਜਿਹੜੇ ਮੁਸਲਮਾਨੀ ਮਤ ਦੇ ਲੋਕ ਸਨ, ਗੁਰਮੁਖੋ, ਉਹ ਆਪਣਾ ਪਰਮੇਸ਼ਰ ਅੱਲਾਹ ਤਾਲਾ ਇੱਕ ਮੱਕੇ ਦੇ ਵਿੱਚ ਮੰਨਦੇ ਆ, ਮੱਕੇ ਤੋਂ ਬਾਹਰ ਨਹੀਂ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਇਹਨਾਂ ਦੋਨਾਂ ਫਿਰਕਿਆਂ ਨੇ ਪਰਮੇਸ਼ਰ ਦੀ ਗਤ ਮਰਜ਼ਾਦਾ ਚਾਲ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੋਨਾਂ ਫਿਰਕਿਆਂ ਦਾ ਹਵਾਲਾ ਦੇ ਕਰਕੇ ਸਮੁੱਚੀ ਲਕਾਈ ਨੂੰ ਸਮਝਾਉਂਦੇ ਆ, ਇਉਂ ਦੋਨੋਂ ਫਿਰਕੇ ਕਪਟਮੈ ਰਚ ਰਹੇ ਨਦਾਨਾ, ਇਉਂ ਤੀਸਰ ਮਜ਼ਹਬ ਖਾਲਸਾ ਪ੍ਰਗਟਿਓ ਪ੍ਰਧਾਨਾ। ਇਹ ਦੋਨੇ ਜਿਹੜੇ ਫਿਰਕੇ ਸਨ, ਹਿੰਦੂ ਕਹਿੰਦੇ ਸਨ ਕਿ ਅਸੀਂ ਵੱਡੇ ਹਾਂ, ਸਾਡਾ ਧਰਮ ਚੰਗਾ। ਮੁਸਲਮਾਨੀ ਮਤ ਵਾਲੇ ਲੋਕ ਕਹਿੰਦੇ ਸਨ ਕਿ ਸਾਡਾ ਧਰਮ ਵੱਡਾ। ਤੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਪ੍ਰਗਟ ਦਾ ਕਾਰਨ ਦੱਸਿਆ ਕਿ ਤਾਂ ਖਾਲਸਾ ਪੰਥ ਪ੍ਰਗਟ ਹੋਇਆ ਜਦੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਾਰ ਧਾਰਿਆ। ਕੜਾਮ ਨਗਰ ਦੇ ਰਹਿਣ ਵਾਲਾ ਇੱਕ ਮੁਸਲਮਾਨ ਫਕੀਰ, ਉਹਨੇ ਅੱਜ ਪੂਰਬ ਦੀ ਦਿਸ਼ਾ ਵੱਲ ਆਪਣਾ ਮੂੰਹ ਕਰਕੇ ਨਮਾਜ਼ ਪੜ੍ਹੀ ਆ। ਉਹਦੇ ਚੇਲਿਆਂ ਨੇ ਬੇਨਤੀ ਕੀਤੀ ਕਿ ਸਾਈਂ ਫਕੀਰ ਅੱਗੇ ਰੋਜ਼ ਲਹਿੰਦੇ ਵੱਲ ਨੂੰ ਮੂੰਹ ਕਰਕੇ ਸਜਦਾ ਕਰਕੇ ਨਮਾਜ਼ ਪੜ੍ਹਦੇ ਸੀ, ਅੱਜ ਚੜ੍ਹਦੇ ਨੂੰ ਮੂੰਹ ਕਿਉਂ ਕੀਤਾ? ਆਪਣੇ ਚੇਲਿਆਂ ਦੀ ਬੇਨਤੀ ਨੂੰ ਸੁਣ ਕਰਕੇ ਉਸ ਫਕੀਰ ਨੇ ਬਚਨ ਕੀਤਾ, ਜਿਸ ਅੱਲਾਹ ਤਾਲਾ ਨੂੰ ਅਸੀਂ ਮੱਕੇ ਵਿੱਚ ਮੰਨਦੇ ਸੀ, ਉਸ ਅੱਲਾਹ ਤਾਲਾ ਨੇ ਪਟਨੇ ਦੀ ਧਰਤੀ 'ਤੇ ਅਵਤਾਰ ਧਾਰਿਆ। ਇਸ ਕਰਕੇ ਮੈਂ ਪੂਰਬ ਵੱਲ ਮੂੰਹ ਕਰਕੇ ਅੱਜ ਨਮਾਜ਼ ਕੀਤੀ ਆ। ਕੜਾਮ ਨਗਰ ਤੋਂ ਚੱਲਿਆ, ਮੰਜ਼ਲਾਂ ਨੂੰ ਮਾਰਦਾ ਹੋਇਆ ਗੁਰਮੁਖੋ ਉਹ ਫਕੀਰ ਪਟਨਾ ਸਾਹਿਬ ਦੀ ਧਰਤੀ 'ਤੇ ਗਿਆ। ਜਾ ਕਰਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਆ ਤੇ ਨਾਲ ਉਹਨੇ ਪਰਖਣ ਦਾ ਯਤਨ ਵੀ ਕੀਤਾ। ਗੁਰਮੁਖੋ 2 ਕੁੱਜੀਆਂ ਲਈਆਂ, ਇੱਕ ਵਿੱਚ ਦੁੱਧ ਪਾਇਆ ਤੇ ਇੱਕ ਵਿੱਚ ਪਾਣੀ ਪਾਇਆ। ਕੁੱਜੀਆਂ ਲੈ ਕਰਕੇ ਉਹਦਾ ਸਵਾਲ ਸੀ ਕਿ ਤੁਸੀਂ ਹਿੰਦੂ ਧਰਮ ਦੀ ਰਖਵਾਲੀ ਕਰੋਗੇ ਜਾਂ ਮੁਸਲਮਾਨੀ ਮਤ ਦੀ ਰਖਵਾਲੀ ਕਰੋਗੇ? ਦੁੱਧ ਤੋਂ ਭਾਵ ਹਿੰਦੂ ਤੇ ਪਾਣੀ ਤੋਂ ਭਾਵ ਸੀ ਮੁਸਲਮਾਨ। ਤੇ ਸੱਚੇ ਪਾਤਸ਼ਾਹ ਛੋਟੀ ਅਵਸਥਾ ਸਨ, ਪਰ ਗੁਰਮੁਖੋ ਸਰੀਰ ਕਰਕੇ ਗੁਰੂ ਛੋਟਾ ਨਹੀਂ ਹੁੰਦਾ। ਦੁਨੀਆ ਦੀ ਨਿਗਾਹ ਵਿੱਚ ਸਰੀਰ ਕਰਕੇ ਉਹ ਛੋਟੇ ਸਨ, ਪਰ ਉਹ ਵੱਡੇ ਸੀ, ਵੱਡੇ ਰਹੇ। ਤੇ ਜਿੰਨਾ ਚਿਰ ਧਰਤੀ ਆਕਾਸ਼ ਤੇ ਸੂਰਜ ਰਹੇਗਾ ਗੁਰਮੁਖੋ ਉਹ ਵੱਡੇ ਹੀ ਰਹਿਣਗੇ। ਦੁਨੀਆ ਦੇ ਲੋਕਾਂ ਨੇ ਉਹਨਾਂ ਨੂੰ ਛੋਟਾ ਬਣਾਉਣ ਦਾ ਯਤਨ ਕੀਤਾ, ਪਰ ਉਹ ਦੁਨੀਆ ਦੀ ਤਾਕਤ ਉਹਨਾਂ ਨੂੰ ਛੋਟਾ ਨਹੀਂ ਬਣਾ ਸਕੀ। ਸਰੀਰ ਕਰਕੇ ਛੋਟੇ ਸਨ। ਜਦੋਂ ਉਸ ਫਕੀਰ ਸਾਈਂ ਨੇ 2 ਕੁੱਜੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਕੀਤੀਆਂ ਤੇ ਛੋਟੇ ਛੋਟੇ ਆਕਾਰ ਦੇ ਹੱਥ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੁੱਜੀਆਂ ਦੇ ਉੱਪਰ ਰੱਖ ਦਿੱਤੇ। ਜਿਹੜਾ ਉਸ ਫਕੀਰ ਸਾਈਂ ਦਾ ਸ਼ੰਕਾ ਸੀ ਉਹ ਨਿਵਰਤ ਹੋ ਗਿਆ। ਜਿਹੜੇ ਨਾਲ ਉਹਦੇ ਚੇਲੇ ਗਏ ਸਨ ਉਹਨਾਂ ਨੇ ਪੁੱਛਿਆ ਵੀ ਪੀਰ ਜੀ ਇਹ ਕੀ ਕਾਰਨ ਆ? ਸਿਆਣੇ ਲੋਕਾਂ ਦਾ ਕਥਨ ਹੁੰਦਾ, ਗੁੰਗੇ ਦੀ ਰਮਜ ਜਾਂ ਤਾਂ ਗੁੰਗਾ ਜਾਣਦਾ ਤੇ ਜਾਂ ਗੁੰਗੇ ਦੀ ਮਾਂ ਜਾਣਦੀ ਆ। ਇਸ ਗੁੱਝੀ ਰਮਜ ਨੂੰ ਜਾਂ ਤਾਂ ਫਕੀਰ ਸਾਈਂ ਜਾਣਦਾ ਸੀ ਜਾਂ ਸਮਰੱਥ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ। ਕਿਉਂ?
ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਉਹ ਹਰ ਇੱਕ ਹਿਰਦੇ ਦੀ ਜਾਣਨ ਵਾਲੇ ਆ। ਪੁੱਛਣ ਤੇ ਦੱਸਿਆ ਕਿ ਮੇਰਾ ਸਵਾਲ ਸੀ ਕਲਗੀਧਰ ਪਾਤਸ਼ਾਹ ਦੇ ਉੱਪਰ, ਤੁਸੀਂ ਹਿੰਦੂ ਧਰਮ ਦੀ ਰਖਵਾਲੀ ਕਰੋਗੇ ਜਾਂ ਮੁਸਲਮਾਨੀ ਮਤ ਦੀ ਰਖਵਾਲੀ ਕਰੋਗੇ? ਉਹਨਾਂ ਨੇ ਸ਼ੰਕਾ ਨਿਵਰਤ ਕਰ ਦਿੱਤਾ, ਨਾ ਅਸੀਂ ਹਿੰਦੂਆਂ ਦੇ ਹਮੈਤੀ ਹਾਂ, ਨਾ ਅਸੀਂ ਮੁਸਲਮਾਨਾਂ ਦੇ ਵਿਰੋਧੀ ਹਾਂ, ਨਾ ਅਸੀਂ ਮੁਸਲਮਾਨਾਂ ਦੇ ਹਮੈਤੀ ਹਾਂ, ਨਾ ਹਿੰਦੂ ਧਰਮ ਦੇ ਅਸੀਂ ਵਿਰੋਧੀ ਹਾਂ, ਅਸੀਂ ਸਰਬੱਤ ਲਕਾਈ ਦੇ ਸਾਂਝੇ ਹਾਂ। ਜਿਵੇਂ ਕਿ ਪਾਵਨ ਗੁਰਬਾਣੀ ਦੇ ਬਚਨ ਹਨ, ਸਭੇ ਸਾਂਝੀ ਵਾਦ ਸਦਾਇਨ। ਉਹ ਸਾਰਿਆਂ ਦਾ ਸਾਂਝਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਾਉ ਕੇਹਾ ਕਾੜਾ ਜੀਓ। ਗੁਰੂ ਗੁਰਮੁਖੋ ਸਾਰਿਆਂ ਦਾ ਸਾਂਝਾ ਹੁੰਦਾ, ਇੱਕ ਫਿਰਕੇ ਦਾ ਨਹੀਂ। ਫਕੀਰ ਸਾਈਂ ਦਾ ਸ਼ੰਕਾ ਨਿਵਰਤ ਹੋਇਆ ਕਿ ਕਲਗੀਧਰ ਪਾਤਸ਼ਾਹ ਦੋਨਾਂ ਦੀ ਰਖਵਾਲੀ ਕਰਨਗੇ। ਉਹ ਜ਼ੁਲਮ ਦੇ ਵਿਰੋਧੀ ਆ, ਧਰਮ ਦੇ ਨਹੀਂ। ਉਹਨਾਂ ਦੀ ਨਿਗਾਹ ਵਿੱਚ, ਉਹਨਾਂ ਦੇ ਧਰਮ ਵਿੱਚ ਮੁਸਲਮਾਨ ਨੂੰ ਪੂਰੀ ਮਾਨਤਾ ਮਿਲਦੀ ਤੇ ਹਿੰਦੂ ਨੂੰ ਵੀ ਪੂਰੀ ਮਾਨਤਾ ਮਿਲਦੀ ਆ। ਵੇਖੋ, ਜਦੋਂ ਭੰਗਾਣੀ ਸਾਹਿਬ ਦੇ ਮੈਦਾਨ ਵਿੱਚ ਕਲਗੀਧਰ ਪਾਤਸ਼ਾਹ ਨੇ ਜੰਗ ਕੀਤਾ, ਪੀਰ ਬੁੱਧੂ ਸ਼ਾਹ ਆਪਣੇ ਪੁੱਤਰ, ਭਰਾ, ਆਪਣੇ ਮਰੀਦਾਂ ਨੂੰ ਲੈ ਕਰਕੇ ਜਦੋਂ ਉਹ ਮੁਸਲਮਾਨ ਪਠਾਨ ਜਿਹੜੇ ਕਲਗੀਧਰ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਕਰਾਏ ਸਨ, ਉਹ ਗੁਰਮੁਖੋ ਨਿਮਕ ਹਰਾਮੀ ਹੋ ਗਏ, ਪਹਾੜੀ ਰਾਜਿਆਂ ਦੇ ਨਾਲ ਮਿਲ ਗਏ ਤੇ ਨਮੋਸ਼ੀ ਸਮਝ ਕਰਕੇ ਪੀਰ ਬੁੱਧੂ ਸ਼ਾਹ ਆਪਣੇ ਮਰੀਦ, ਆਪਣੇ ਭਰਾ ਤੇ ਪੁੱਤਰਾਂ ਨੂੰ ਲੈ ਕਰਕੇ ਭੰਗਾਣੀ ਸਾਹਿਬ ਦੇ ਜੰਗ ਵਿੱਚ ਜਾ ਕਰਕੇ ਕਲਗੀਧਰ ਪਾਤਸ਼ਾਹ ਦੇ ਵੱਲੋਂ ਧਰਮ ਦਾ ਜੰਗ ਕੀਤਾ। ਤੇ ਜਦੋਂ ਜੰਗ ਹੋਇਆ ਤੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਕੀ ਮੰਗਿਆ? ਜਦੋਂ ਖੁਸ਼ ਹੋਏ ਕਲਗੀਧਰ ਪਾਤਸ਼ਾਹ ਤੇ ਗੁਰਮੁਖੋ ਦਾਤਾਂ ਆਪਾਂ ਵੀ ਮੰਗਦੇ ਹਾਂ। ਜਦੋਂ ਕਲਗੀਧਰ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਪੁੱਛਿਆ ਕਿ ਪੀਰ ਬੁੱਧੂ ਸ਼ਾਹ, ਅਸੀਂ ਤੇਰੇ ਤੇ ਪ੍ਰਸੰਨ ਹਾਂ, ਮੰਗ ਤੂੰ ਕੀ ਮੰਗਦਾ ਹੈ? ਤੇ ਉਸ ਟਾਈਮ ਤੇ ਗੁਰਮੁਖੋ ਪੀਰ ਬੁੱਧੂ ਸ਼ਾਹ ਨੇ ਕਲਗੀਧਰ ਪਾਤਸ਼ਾਹ ਆਪਣੇ ਕੇਸਾਂ ਵਿੱਚ ਕੰਘਾ ਕਰਦੇ ਸਨ ਤੇ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ ਕਿ ਸੱਚੇ ਪਾਤਸ਼ਾਹ ਜੇਕਰ ਆਪ ਪ੍ਰਸੰਨ ਹੋਏ ਆ ਨਾ ਤੇ ਮੈਨੂੰ ਸਮੇਤ ਕੇਸਾਂ ਦੇ ਕੰਘਾ ਬਖਸ਼ਿਸ਼ ਕਰ ਦਿਓ। ਗੁਰਮੁਖੋ ਅੱਜ ਆਪਾਂ ਕੇਸਾਂ ਨੂੰ ਕਟਾਉਣੇ ਆ, ਦਾੜੀ ਨੂੰ ਮਨਾਉਣੇ ਆ। ਜਿਹੜਾ ਅੱਲਾਹ ਤਾਲਾ ਦੇ ਰਸਤੇ ਦਾ ਮਾਰਗ ਦਾ ਪਾਂਧੀ ਬਣਿਆ, ਉਹਨੇ ਕੇਸਾਂ ਦੀ ਕਦਰ ਕੀਤੀ ਆ ਕਿ ਇਹ ਕਲਗੀਧਰ ਪਾਤਸ਼ਾਹ ਦੇ ਕੇਸ ਨਹੀਂ, ਇਹ ਪਰਮੇਸ਼ਰ ਦੇ ਕੇਸ ਆ। ਸਾਬਤ ਸੂਰਤ, ਦਸਤਾਰ ਸਿਰਾ, ਕਲਗੀਧਰ ਪਾਤਸ਼ਾਹ ਦੇ ਪਾਸੋਂ ਨੇ ਸਮੇਤ ਕੇਸਾਂ ਦੇ ਕੰਘਾ ਮੰਗਿਆ ਤੇ ਸੱਚੇ ਪਾਤਸ਼ਾਹ ਨੇ ਸਮੇਤ ਕੇਸਾਂ ਦੇ ਪੀਰ ਬੁੱਧੂ ਸ਼ਾਹ ਨੂੰ ਉਹ ਕੰਘਾ ਦਿੱਤਾ। ਪ੍ਰਸੰਨ ਹੋ ਕਰਕੇ ਆਪਣੇ ਸੀਸ 'ਤੇ ਸਜਾਉਣ ਵਾਲੀ ਕਾਲੇ ਰੰਗ ਦੇ ਗੁਰਮੁਖੋ ਪੀਰ ਬੁੱਧੂ ਸ਼ਾਹ ਨੂੰ ਦਸਤਾਰ ਬਖਸ਼ਿਸ਼ ਕੀਤੀ ਆ। ਉਹ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੇ ਸੰਭਾਲ ਕਰਕੇ ਰੱਖੀ। ਪਰ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ, ਉਹਨਾਂ ਦਾ ਪਰਿਵਾਰ ਜਾਂਦਾ ਜਾਂਦਾ ਕਿ ਕਿਤੇ ਕੇਸਾਂ ਤੇ ਦਸਤਾਰ ਦੀ ਨਰਾਦਰੀ ਨਾ ਹੋਵੇ, ਕਿਉਂਕਿ ਉਦੋਂ ਇੱਕ ਦੂਜੇ ਦੇ ਲੋਕ ਦੁਸ਼ਮਣ ਬਣ ਗਏ ਸਨ। ਭਾਵੇਂ ਇਕੱਠੇ ਇੱਕ ਨਗਰ ਵਿੱਚ ਰਹਿੰਦੇ ਸਨ, ਐਸੀ ਇਹਨਾਂ ਰਾਜਨੀਤਿਕ ਲੋਕਾਂ ਨੇ ਸਮਾਜ ਵਿੱਚ ਫੁੱਟ ਪਾਈ ਜਿਹੜੀ ਅਜੇ ਤੱਕ ਗੁਰਮੁਖੋ ਰਾਜਨੀਤਿਕ ਲੋਕਾਂ ਦੀ ਪਾਈ ਹੋਈ ਫੁੱਟ ਅਜੇ ਮੇਟ ਨਹੀਂ ਸਕੀ। ਦੋ ਦੇਸ਼ ਬਣ ਗਏ, ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਅੱਧਾ ਪੰਜਾਬ ਦਾ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ, ਅੱਧਾ ਪੰਜਾਬ ਦਾ ਹਿੱਸਾ ਗੁਰਮੁਖੋ ਹਿੰਦੁਸਤਾਨ ਕੋਲੇ ਆ ਗਿਆ। ਫਿਰ ਇੱਥੇ ਵੀ ਇਹਨਾਂ ਨੂੰ ਸਬਰ ਸੰਤੋਖ ਨਹੀਂ ਆਇਆ। ਫਿਰ ਪੰਜਾਬ ਨੂੰ ਗੁਰਮੁਖੋ ਹਿੰਦੁਸਤਾਨ ਦੇ ਵਿੱਚ ਆ ਕਰਕੇ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ। ਹਰਿਆਣਾ ਬਣਾ ਦਿੱਤਾ,
ਹਿਮਾਚਲ ਬਣਾ ਦਿੱਤਾ ਤੇ ਪੰਜਾਬ ਦੇ 3 ਟੁਕੜੇ ਹਿੰਦੁਸਤਾਨ ਦੇ ਫਿਰ ਰਾਜਨੀਤਿਕ ਲੋਕਾਂ ਨੇ ਕਰ ਦਿੱਤੇ। ਪੀਰ ਬੁੱਧੂ ਸ਼ਾਹ ਦਾ ਪਰਿਵਾਰ ਜਾਣ ਲੱਗਿਆਂ ਉਹ ਕੇਸ ਤੇ ਪੀਰ ਬੁੱਧੂ ਸ਼ਾਹ ਬਖਸ਼ਿਸ਼ ਵਾਂਗੋਂ ਜਿਹੜੀ ਉਹ ਦਸਤਾਰ ਕਲਗੀਧਰ ਪਾਤਸ਼ਾਹ ਨੇ ਦਿੱਤੀ ਸੀ ਨਾ, ਉਹ ਨਾਭੇ ਪਟਿਆਲੇ ਦੇ ਜਿਹੜੇ ਰਾਜੇ ਸਨ ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਮਾਇਆ ਲੈ ਕਰਕੇ ਦੇ ਗਏ ਸਨ। ਅੱਜ ਉਹ ਦਿੱਲੀ ਸ਼ਹਿਰ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਕੇਸ ਤੇ ਦਸਤਾਰ ਅਜੇ ਵੀ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਮੌਜੂਦ ਆ। ਮੰਨੈ ਪਾਤਸ਼ਾਹ ਪ੍ਰਗਟ ਜਾਏ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜਿਹੜਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਮੰਨ ਲੈਂਦਾ ਉਹ ਪਤੀ ਦੇ ਨਾਲ, ਪਰਮੇਸ਼ਰ ਦੇ ਨਾਲ ਨਾਮ ਜਪ ਕਰਕੇ ਇੱਕ ਮਿਕ ਹੋ ਜਾਂਦਾ। ਉਹ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ, ਹਰ ਇੱਕ ਜਗ੍ਹਾ 'ਤੇ ਪ੍ਰਗਟ ਹੋ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ। ਫਿਰ ਗੁਰਮੁਖੋ ਆਪਣੇ ਗੁਰੂ ਦਾ ਜਾਂ ਗੁਰਮਤਿ ਦਾ ਰਸਤਾ ਛੱਡ ਕਰਕੇ ਹੋਰਨਾਂ ਰਸਤਿਆਂ ਦਾ ਉਪਾਂਦੀ ਨਹੀਂ ਬਣਦਾ ਹੈ। ਮੰਨੈ ਧਰਮ ਸੇਤੀ ਸਣ ਬੰਦ। ਮੰਨੈ ਮਗ ਨਾ ਚੱਲੈ ਪੰਥ। ਮਗ ਨਾਮ ਹੈ ਮੌਤ ਦਾ। ਜਿਹੜਾ ਪਰਮੇਸ਼ਰ ਦਾ ਨਾਮ ਮੰਨ ਲੈਂਦਾ ਉਹ ਗੁਰਮੁਖੋ ਜੰਮ ਕਰਕੇ ਧਰਤੀ 'ਤੇ ਆਉਂਦਾ ਨਹੀਂ, ਮਰ ਕਰਕੇ ਪਰਲੋਕ ਨੂੰ ਕਦੇ ਵਾਸਤੇ ਜਾਂਦਾ ਨਹੀਂ। ਉਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਆ, ਸਦਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਪੇਧ ਹੋ ਜਾਂਦਾ। ਜਿਸ ਤਰ੍ਹਾਂ ਕਿ ਇੱਕ ਨਦੀ ਆ, ਇੱਕ ਦਰਿਆ ਹਿਮਾਲਾ ਪਰਬਤ ਤੋਂ ਉਤਰਿਆ, ਪਹਾੜੀ ਰਸਤੇ ਦੇ ਵਿੱਚ ਠੋਕਰਾਂ ਖਾਧੀਆਂ ਪਰ ਉਹਦਾ ਪ੍ਰਵਾਹ ਰੁਕਿਆ ਨਹੀਂ। ਮੈਦਾਨੀ ਰਸਤੇ ਵਿੱਚੋਂ ਲੰਘ ਕਰਕੇ ਤੇ ਸਮੁੰਦਰ ਵਿੱਚ ਪੈ ਗਿਆ। ਜਦੋਂ ਸਮੁੰਦਰ ਵਿੱਚ ਪੈ ਗਿਆ ਗੁਰਮੁਖੋ ਸਮੁੰਦਰ ਦਾ ਰੂਪ ਹੀ ਬਣ ਗਿਆ। ਹੁਣ ਕੋਈ ਪਛਾਣ ਨਹੀਂ ਸਕਦਾ ਇਹ ਗੰਗਾ ਦਾ ਪਾਣੀ ਆ, ਇਹ ਸਤਲੁਜ ਦਾ ਪਾਣੀ ਆ, ਜਾਂ ਇਹ ਜਮਨਾ ਦਾ ਪਾਣੀ ਆ, ਜਾਂ ਹੋਰ ਕਿਸੇ ਨਦੀ ਦਾ ਪਾਣੀ। ਗੁਰਮੁਖੋ ਸਮੁੰਦਰ ਵਿੱਚ ਪੈ ਕਰਕੇ ਸਮੁੰਦਰ ਦਾ ਰੂਪ ਬਣ ਜਾਂਦਾ। ਇਸੇ ਤਰ੍ਹਾਂ ਇਹ ਜੀਵ ਪਰਮੇਸ਼ਰ ਦਾ ਨਾਮ ਮੰਨ ਕਰਕੇ, ਪਰਮੇਸ਼ਰ ਦੀਆਂ ਖੁਸ਼ੀਆਂ ਲੈ ਕਰਕੇ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਮੰਨੈ ਧਰਮ ਸੇਤੀ ਸਣ ਬੰਦ। ਜਿਹੜਾ ਪਰਮੇਸ਼ਰ ਦਾ ਨਾਮ ਮੰਨ ਲੈਂਦਾ ਨਾ ਉਹਦਾ ਧਰਮ ਦੇ ਨਾਲ ਸੰਬੰਧ ਪੈ ਜਾਂਦਾ। ਪੁਰਾਤਨ ਸਮੇਂ ਦੇ ਵਿੱਚ ਜਦੋਂ ਮੁਗਲਾਂ ਦਾ ਗੁਰਮੁਖੋ ਰਾਜ ਸੀ, ਜਦੋਂ ਸਿੱਖ ਨੂੰ ਆਪਣੀ ਹਿਰਾਸਤ ਵਿੱਚ ਲੈਂਦੇ ਤੇ ਬੜੇ ਲਾਲਚ ਦਿੰਦੇ ਸਨ, ਪਰ ਉਹ ਪੁਰਾਤਨ ਗੁਰਸਿੱਖ ਸਿੱਖੀ ਵਿੱਚ ਇੰਨੇ ਪਰਪੱਕ ਸਨ, ਮੁਗਲ ਬਾਦਸ਼ਾਹ ਨੇ ਆਪਣੀ ਧੀ ਦਾ ਡੋਲਾ ਦੇਣ ਦਾ ਲਾਲਚ ਦੇਣਾ, ਸੂਬੇਦਾਰੀ ਦਾ ਅਹੁਦਾ ਦੇਣਾ। ਜਿਸ ਤਰ੍ਹਾਂ ਅੱਜ ਕੱਲ੍ਹ ਮੁੱਖ ਮੰਤਰੀ ਹੁੰਦਾ, ਪੁਰਾਤਨ ਸਮੇਂ ਵਿੱਚ ਸੂਬੇਦਾਰ ਕਿਹਾ ਜਾਂਦਾ ਸੀ। ਸੂਬੇਦਾਰੀਆਂ ਦੇ ਲਾਲਚ ਦੇਣੇ, ਆਪਣੀਆਂ ਧੀਆਂ ਦੇ ਡੋਲਿਆਂ ਦੇ ਲਾਲਚ ਦੇਣੇ। ਤੇ ਗੁਰਮੁਖੋ ਉਹਨਾਂ ਗੁਰਸਿੱਖਾਂ ਨੇ ਜੁੱਤੀ ਦੀ ਨੋਕ ਦੇ ਨਾਲ ਠਕਰਾ ਦੇਣਾ ਕਿ ਨਹੀਂ, ਸਾਨੂੰ ਸਿੱਖੀ ਪ੍ਰਵਾਨ ਆ, ਨਾ ਤਾਂ ਬੇਗਮਾਂ ਦੇ ਡੋਲੇ ਚਾਹੀਦੇ ਤੇ ਨਾ ਸੂਬੇਦਾਰੀ ਚਾਹੀਦੀ ਆ। ਵਰਤਮਾਨ ਸਮੇਂ ਦੇ ਵਿੱਚ ਵੀ ਜਦੋਂ ਗੁਰਮੁਖੋ ਧਰਮ ਯੁੱਧ ਮੋਰਚਾ ਲੱਗਾ ਨਾ, ਆ ਕੈਪਟਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ, ਇੰਦਰਾ ਗਾਂਧੀ ਵੱਲੋਂ ਬਹੁਤ ਮੋਟੀ ਰਕਮ ਲੈ ਕਰਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਲਾਲਚ ਦੇਣ ਵਾਸਤੇ ਆਇਆ ਸੀ। ਸੈਂਟਰ ਸਰਕਾਰ ਵੱਲੋਂ ਮੋਟੀਆਂ ਰਕਮਾਂ ਲੈ ਕਰਕੇ ਕਿ ਤੁਹਾਨੂੰ ਇੰਨਾ ਪੈਸਾ ਸਰਕਾਰ ਦਿੰਦੀ ਹੈ, ਫਿਰ ਗੁਰਮੁਖੋ ਬਿਨਾਂ ਵੋਟਾਂ ਤੋਂ ਮੁੱਖ ਮੰਤਰੀ ਦੇ ਅਹੁਦੇ ਮਿਲਦੇ ਸਨ। ਫਿਰ ਇਹਦੇ 'ਤੇ ਵੀ ਮੰਨੇ ਨਹੀਂ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਤੁਹਾਨੂੰ ਪੱਕੇ ਕੀਤਾ ਜਾਵੇਗਾ, ਕਿਸੇ ਨੂੰ ਪਤਾ ਨਹੀਂ, ਇੱਥੋਂ ਜਹਾਜ਼ 'ਤੇ ਚੜ੍ਹਾ ਕਰਕੇ ਅਮਰੀਕਾ ਛੱਡਿਆ ਜਾਵੇਗਾ। ਗੁਰਮੁਖੋ
ਆਪਾਂ ਅਨੇਕਾਂ ਯਤਨ ਕਰਦੇ ਹਾਂ। ਯਤਨ ਕਰਕੇ ਜਦੋਂ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦਾ ਵੀਜ਼ਾ ਮਿਲ ਜਾਂਦਾ ਨਾ, ਤੇ ਸਾਡੇ ਵਰਗੇ ਜਿਹੜੇ ਸਵਾਰਥੀ ਲੋਕ ਆ ਕਹਿ ਜਾਂਦੇ ਗੁਰੂ ਨੇ ਬੜੀ ਕਿਰਪਾ ਕੀਤੀ, ਮੈਂ ਅਮਰੀਕਾ ਚਲਿਆ। ਗੁਰਮੁਖੋ, ਇਹ ਕਿਰਪਾ ਨਹੀਂ, ਇਹ ਤੇ ਆਪਾਂ ਪੈਸਾ ਕਮਾਉਣ ਵਾਸਤੇ ਚੱਲੇ ਹਾਂ। ਪੈਸਾ ਕਮਾਉਣਾ ਗੁਰੂ ਦੀ ਕਿਰਪਾ ਨਹੀਂ। ਆਪਣਾ ਦੇਸ਼ ਛੱਡ ਕਰਕੇ ਪਰਦੇਸ ਜਾਣਾ ਗੁਰਮੁਖੋ, ਇਹ ਗੁਰੂ ਦੀ ਕਿਰਪਾ ਨਹੀਂ। ਤੇ ਗੁਰੂ ਦੀ ਕਿਰਪਾ ਕੀ ਆ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਟੋਡੀ ਰਾਗ ਦਾ ਗੁਰਮੁਖੋ ਸ਼ਬਦ ਆ। ਤੇ ਅਖੀਰਲੀਆਂ ਪੰਗਤੀਆਂ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਸੰਬੋਧਨ ਕਰਕੇ ਸਮਝਾਇਆ। ਆਪਾਂ ਕਹਿ ਦਿੰਦੇ ਹਾਂ ਕਿ ਸਾਡੇ 'ਤੇ ਕਿਰਪਾ, ਜਿਹਦੇ 'ਤੇ ਕਿਰਪਾ ਕੀਤੀ ਹੁੰਦੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਜਾਂ ਗੁਰੂ ਨੇ, ਉਹ ਦੁੱਖ ਵਿੱਚ ਦੁਖੀ ਨਹੀਂ ਹੁੰਦਾ, ਸੁੱਖ ਵਿੱਚ ਸੁਖੀ ਨਹੀਂ ਹੁੰਦਾ। ਉਹਦੇ ਵਾਸਤੇ ਸੋਨਾ ਅਤੇ ਮਿੱਟੀ ਗੁਰਮੁਖੋ ਇੱਕ ਬਰਾਬਰ ਹੁੰਦਾ। ਸੋਨੇ ਦੇ ਨਾਲ ਪਿਆਰ ਨਹੀਂ, ਮਿੱਟੀ ਦੇ ਨਾਲ ਵੈਰ ਨਹੀਂ। ਗੁਰ ਕਿਰਪਾ ਜੇ ਨਰਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਉਹ ਪਰਮੇਸ਼ਰ ਦੇ ਪਿਆਰੇ ਇਸ ਤਰ੍ਹਾਂ ਉਹਦੇ ਵਿੱਚ ਲੀਨ ਹੋ ਜਾਂਦੇ ਆ, ਜਿਸ ਤਰ੍ਹਾਂ ਪਾਣੀ ਦੇ ਨਾਲ ਪਾਣੀ ਮਿਲ ਕਰਕੇ ਆਪਾਂ ਪਾਣੀ ਦੀ ਵੱਖਰੀ ਪਛਾਣ ਨਹੀਂ ਕਰਦੇ। ਇਹ ਕੈਪਟਨ ਇੰਦਰਾ ਗਾਂਧੀ ਦਾ ਦਲਾਲ ਬਣ ਕੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਕੋਲ ਆਇਆ ਸੀ, ਪਰ ਸੈਂਟਰ ਸਰਕਾਰ ਦੇ ਦਿੱਤੇ ਹੋਏ ਲਾਲਚਾਂ ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਜੁੱਤੀ ਦੀ ਨੋਕ ਨਾਲ ਠਕਰਾਇਆ। ਜਿਵੇਂ ਦਾ ਕੈਪਟਨ ਸੈਂਟਰ ਸਰਕਾਰ ਵੱਲੋਂ ਆਇਆ ਤੇ ਗੁਰਮੁਖੋ ਉਸੇ ਤਰ੍ਹਾਂ ਦਾ ਮੁੜ ਗਿਆ। ਪਿਛਲੇ ਸਮੇਂ ਵਿੱਚ ਵੀ ਲਾਲਚ ਦਿੱਤੇ ਜਾਂਦੇ ਸਨ ਮੁਗਲ ਸਰਕਾਰਾਂ ਵੱਲੋਂ, ਜਿਸ ਤਰ੍ਹਾਂ ਕਿ ਸ਼ਾਹਬਾਜ਼ ਅਤੇ ਸ਼ਬੇਸ਼ ਸਿੰਘ ਪਿਤਾ ਪੁੱਤਰ ਨੂੰ ਚਰਖੜੀ 'ਤੇ ਚੜ੍ਹਾਉਣ ਲੱਗਿਆਂ ਲਾਲਚ ਦਿੱਤੇ ਸਨ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਨੂੰ ਲਾਲਚ ਦਿੱਤੇ ਸਨ ਕਿ ਥੋੜ੍ਹਾ ਜਿਹਾ ਤੰਬਾਕੂ ਖਾ ਲਾ, ਥੋੜ੍ਹੀਆਂ ਜਿਹੀਆਂ ਮੁੱਛਾਂ ਕਟਾ ਲਾ, ਸਿੱਖੀ ਤੋਂ ਮੁਨਕਰ ਹੋ ਜਾ, ਮੁਗਲ ਬਣ ਜਾ, ਤੈਨੂੰ ਬੇਗਮ ਦਾ ਡੋਲਾ ਮਿਲੇਗਾ, ਸੂਬੇਦਾਰੀ ਮਿਲੇਗੀ। ਅਤੇ ਗੁਰਮੁਖੋ ਅੱਜ ਅਸੀਂ ਉਦੋਂ ਤੇ ਪੁਰਾਤਨ ਸਿੱਖ ਬੇਗਮਾਂ ਦੇ ਡੋਲੇ ਲੈ ਕਰਕੇ ਸਿੱਖੀ ਨਹੀਂ ਸੀ ਤਿਆਗਦੇ, ਸੂਬੇਦਾਰੀਆਂ ਦੇ ਅਹੁਦੇ ਲੈ ਕਰਕੇ ਸਿੱਖੀ ਨਹੀਂ ਸੀ ਤਿਆਗਦੇ। ਉਹ ਕਿਹੜੀ ਪੰਕਤੀ ਪੜ੍ਹਦੇ ਸਨ? ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖ ਅਕਸਰ ਇਹ ਪੰਕਤੀ ਪੜ੍ਹਿਆ ਕਰਦੇ ਸਨ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਗੁਰਮੁਖੋ ਉਹ ਪੁਰਾਤਨ ਸਿੱਖ ਸਿੱਖੀ ਵਿੱਚ ਬਰਕਰਾਰ ਰਹਿੰਦੇ ਸਨ, ਅਤੇ ਜਿਹੜੇ ਦੁਨਿਆਵੀ ਅਹੁਦੇਦਾਰੀਆਂ ਸਨ ਇਹਨਾਂ ਨੂੰ ਨਾਸ਼ਵੰਤ ਜਾਣ ਕਰਕੇ ਸਿੱਖੀ ਨੂੰ ਕਦੇ ਵਾਸਤੇ ਪਿੱਠ ਨਹੀਂ ਸੀ ਦਿੰਦੇ, ਸਿੱਖੀ ਸਰੂਪ ਵਿੱਚ ਰਹਿੰਦੇ ਸਨ। ਗੁਰਮੁਖੋ ਦੁਨੀਆ ਦੀ ਤਾਕਤ ਕੋਈ ਵੀ ਗੁਰਸਿੱਖਾਂ ਨੂੰ ਡਲਾ ਨਹੀਂ ਸਕੀ। ਜਦੋਂ ਫਤਵਾ ਲੱਗਾ ਸੀ ਨਾ ਭਾਈ ਤਾਰੂ ਸਿੰਘ ਨੂੰ ਕਿ ਮੈਂ ਸਿੱਖ ਹਾਂ, ਸਿੱਖ ਨੂੰ ਛੱਡਾਂਗਾ ਨਹੀਂ, ਅਤੇ ਹਾਕਮ ਨੇ ਫਤਵਾ ਲਾਤਾ ਜਿਹੜਾ ਸਿੱਖੀ ਦਾ ਮਾਣ ਕਰਦਾ, ਅਸੀਂ ਕੈਂਚੀ ਨਾਲ ਇਹਦੇ ਸਿਰ ਦੇ ਕੇਸ ਕੱਟ ਕੇ ਦੱਸਾਂਗੇ, ਵੇਖਾਂਗੇ ਕਿ ਤੇਰੀ ਸਿੱਖੀ ਹੁਣ ਕਿੱਥੇ ਗਈ ਆ। ਅਤੇ ਗੁਰਮੁਖੋ ਜਦੋਂ ਇਹ ਫਤਵਾ ਸੁਣਿਆ ਸੀ ਨਾ ਭਾਈ ਤਾਰੂ ਸਿੰਘ ਨੇ, ਉਹਨੇ ਅਰਦਾਸ ਕੀਤੀ ਸੀ, ਜਦੋਂ ਕੋਈ ਮੁਸ਼ਕਿਲ ਮੁਸੀਬਤ ਬਣਦੀ ਆ, ਪਰਖ ਦੀ ਕਸਵੱਟੀ ਆਉਂਦੀ ਆ, ਉਦੋਂ ਗੁਰੂ ਕਾ ਸਿੱਖ ਆਪਣੇ ਗੁਰੂ ਦਾ ਧਿਆਨ ਧਰ ਕੇ ਅਤੇ ਗੁਰਮੁਖੋ ਅਰਦਾਸ ਕਰਦਾ। ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਵੱਸ ਦੀ ਗੱਲ ਨਹੀਂ, ਕੈਂਚੀ ਲਿਆਉਣੀ ਆ, ਕੈਂਚੀ ਦੇ ਨਾਲ ਮੇਰੇ ਕੇਸ ਕੱਟ ਦੇਣੇ ਆ, ਅਤੇ ਕਿਰਪਾ ਕਰਿਓ ਸੱਚੇ ਪਾਤਸ਼ਾਹ ਮੇਰੇ ਕੇਸ ਨਾ ਕੱਟੇ ਜਾਣ। ਪਰ ਅੱਜ ਦਾ ਸਿੱਖ ਕਿੱਥੇ ਖਲੋਤਾ? ਉਹਨਾਂ ਸਿੱਖਾਂ ਨੇ ਤੇ ਅਰਦਾਸ ਕੀਤੀ ਕਿ ਕੈਂਚੀ ਦੇ ਨਾਲ ਮੇਰੇ ਕੇਸ ਨਾ ਕੱਟੇ ਜਾਣ, ਅਤੇ ਅੱਜ ਦਾ ਸਿੱਖ ਆਪ ਨਾਈ ਦੀ ਦੁਕਾਨ 'ਤੇ ਜਾ ਕੇ ਕੇਸ ਕਟਾਉਂਦਾ। ਸਿੱਖ ਨੇ ਅਰਦਾਸ ਕੀਤੀ,
ਗੁਰੂ ਦੇ ਦਰ ਤੇ ਪ੍ਰਵਾਨ ਹੋਈ। ਨਾਈ ਕੈਂਚੀ ਲੈ ਕੇ ਆਇਆ ਤੇ ਭਾਈ ਤਾਰੂ ਸਿੰਘ ਦੇ ਅੱਜ ਕੇਸ ਕੱਟਣ ਲੱਗਾ। ਬੜਾ ਯਤਨ ਕੀਤਾ, ਕੇਸ ਕੱਟੇ ਨਹੀਂ ਗਏ। ਜਦੋਂ ਹਾਕਮ ਨੇ ਸੁਣਿਆ ਕਹਿਣ ਲੱਗਾ ਤੇਰੀ ਕੈਂਚੀ ਤਿੱਖੀ ਨਹੀਂ ਹੋਣੀ। ਹਾਕਮ ਕੋਲੇ ਆਇਆ, ਗੁਰਮੁਖੋ ਕੈਂਚੀ ਨੇ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ। ਫਿਰ ਬਹੁਤ ਜ਼ਿਆਦਾ ਕ੍ਰੋਧ ਵਿੱਚ ਆਇਆ। ਕ੍ਰੋਧ ਵਿੱਚ ਆ ਕਰਕੇ ਕਿਹਾ ਕਿ ਇਹਦੀ ਖੋਪਰੀ ਲਾ ਦਿਓ। ਤੇ ਜਦੋਂ ਗੁਰਮੁਖੋ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਨਾ, ਉਹਨੇ ਬਚਨ ਕੀਤਾ ਸੀ ਕਿ ਇਸ ਮੁਗਲ ਪਠਾਨ ਨੂੰ ਆਪਣੀ ਜੁੱਤੀ ਅੱਗੇ ਲਾ ਕਰਕੇ ਨਰਕਾਂ ਵਿੱਚ ਲਾ ਕੇ ਜਾਣਾ। ਜਦੋਂ ਖੋਪਰੀ ਸਿਰ ਦੇ ਨਾਲੋਂ ਵੱਖਰੀ ਹੋ ਜਾਵੇ ਤੇ ਗੁਰਮੁਖੋ ਕੋਈ ਵੀ ਜਿਉਂਦਾ ਨਹੀਂ ਰਹਿ ਸਕਦਾ। ਭਾਈ ਤਾਰੂ ਸਿੰਘ ਖੋਪਰੇ ਲੱਥੇ ਤੋਂ 21 ਦਿਨ ਜਿੰਦਾ ਰਹੇ। 21 ਦਿਨ ਲਾਹੌਰ ਦੀ ਧਰਤੀ ਤੋਂ ਜਿੰਦਾ ਰਿਹਾ। ਗੁਰ ਸਿੱਖਾਂ ਨੇ ਇਲਾਜ ਕਰਾਉਣ ਦਾ ਯਤਨ ਵੀ ਕੀਤਾ, ਭਾਈ ਤਾਰੂ ਸਿੰਘ ਨੇ ਮਨਾ ਕਰ ਦਿੱਤਾ। ਮੁਗਲ ਬਾਦਸ਼ਾਹ ਨੂੰ ਪਿਸ਼ਾਬ ਦਾ ਬੰਨ ਪਿਆ। ਫਿਰ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ, ਬਾਦਸ਼ਾਹ ਦੇ ਸਿਰ ਵਿੱਚ ਵਜੇ। ਜਦੋਂ ਸਿਰ ਵਿੱਚ ਵੱਜੇ ਤੇ ਉਸ ਬਾਦਸ਼ਾਹ ਦਾ ਪਿਸ਼ਾਬ ਦਾ ਜਿਹੜਾ ਬੰਨ ਖੁੱਲ੍ਹਿਆ। ਇਸ ਤਰ੍ਹਾਂ ਗੁਰਮੁਖੋ ਗੁਰ ਸਿੱਖ ਦੀ ਜੁੱਤੀ ਦੀ ਮਾਰ ਖਾਂਦਾ ਖਾਂਦਾ ਉਹ ਮੁਗਲ ਨਰਕਾਂ ਨੂੰ ਗਿਆ। ਜਦੋਂ ਨਰਕਾਂ ਨੂੰ ਗਿਆ, ਖਬਰ ਭਾਈ ਤਾਰੂ ਸਿੰਘ ਨੂੰ ਦੱਸੀ ਕਿ ਉਹ ਜੁੱਤੀਆਂ ਦੀ ਮਾਰ ਖਾਂਦਾ ਨਰਕਾਂ ਨੂੰ ਗਿਆ। ਫਿਰ ਗੁਰਮੁਖੋ ਭਾਈ ਤਾਰੂ ਸਿੰਘ ਨੇ ਆਪਣੇ ਸਰੀਰ ਦਾ ਤਿਆਗ ਕੀਤਾ, ਸੁਆਸਾਂ ਨੂੰ ਸਮੇਟਿਆ ਸੀ। ਤੇ ਗੁਰਮੁਖੋ ਅਸੀਂ ਅੱਜ ਕਿੱਥੇ ਖਲੋਤੇ ਹਾਂ? ਅੱਜ ਦਾ ਸਿੱਖ ਆਪ ਨਾਈ ਦੀ ਦੁਕਾਨ ਤੇ ਜਾ ਕੇ ਕੇਸ ਕਟਾਉਂਦਾ ਤੇ ਪੁਰਾਣੇ ਸਿੱਖ ਅਰਦਾਸ ਕਰਦੇ ਸਨ ਕਿ ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇਸਾਂ ਸੁਆਸਾਂ ਸੰਗ ਨਹੀਂ ਵਜਾਵੇ। ਗੁਰਮੁਖੋ ਜਿਹੜੇ ਪਰਮੇਸ਼ਰ ਦਾ ਨਾਮ ਮੰਨਦੇ ਆ ਨਾ, ਉਹ ਧਰਮ ਦੇ ਨਾਲ ਉਹਨਾਂ ਦਾ ਸੰਬੰਧ ਪੈਂਦਾ। ਧਰਮ ਤੋਂ ਕਦੇ ਮੁਨਕਰ ਨਹੀਂ ਹੁੰਦੇ, ਧਰਮ ਤੋਂ ਕਦੇ ਵਾਸਤੇ ਬਾਗੀ ਨਹੀਂ ਹੁੰਦੇ, ਧਰਮ ਨੂੰ ਕਦੇ ਵਾਸਤੇ ਉਹ ਛੱਡਦੇ ਨਹੀਂ ਹਨ। ਐਸਾ ਨਾਮ ਨਿਰੰਜਨ ਹੋਏ। ਭਾਈ ਇਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿਹੜਾ ਮਾਇਆ ਰੂਪੀ ਕਾਲਕ ਤੋਂ ਰਹਿਤ ਹੈ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮੰਨਣਾ ਕਰਦਾ, ਉਹ ਪਰਮੇਸ਼ਰ ਜਿਹੜਾ ਸ਼ੁੱਧ ਸਰੂਪ ਆ, ਮਾਇਆ ਰੂਪੀ ਕਾਲਕ ਤੋਂ ਰਹਿਤ ਆ। ਗੁਰਮੁਖੋ ਜਿਹੜਾ ਨਾਮ ਮੰਨਦਾ, ਪਹਿਲਾਂ ਸੁਣਦਾ, ਸੁਣ ਕਰਕੇ ਮੰਨਦਾ, ਆਪਣੇ ਹਿਰਦੇ ਵਿੱਚ ਵਸਾਉਂਦਾ, ਉਹ ਵੀ ਗੁਰਮੁਖੋ ਸ਼ੁੱਧ ਸਰੂਪ ਹੋ ਜਾਂਦਾ। ਜਿਸ ਤਰ੍ਹਾਂ ਕਿ 12 ਵੰਨੀ ਦਾ ਸੋਨਾ ਹੁੰਦਾ, ਉਹਦੇ ਵਿੱਚ ਮਿਲਾਵਟ ਨਹੀਂ। ਸੱਚੇ ਪਾਤਸ਼ਾਹ ਗੁਰਮਤਿ ਦੀ ਕਸਵੱਟੀ 'ਤੇ ਲਾ ਕਰਕੇ ਉਹਨੂੰ ਸ਼ੁੱਧ ਸਰੂਪ ਆਪਣੇ ਵਰਗਾ ਬਣਾ ਲੈਂਦੇ ਆ। ਅਤੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਕਥਨ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ 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 ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭੂ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ